मैं हाँ रणबीर सिंह राणा कुंडली बॉर्डर तो लगातार अपडेट ਤੁਹਾਨੂੰ ਦਿਖਾ ਰਹੇ ਹਾਂ। ਵੱਖ-ਵੱਖ ਵਰਗਾਂ ਦੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਲੋਕ ਇੱਥੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਸ਼ਾਮਲ ਹੋ ਰਹੇ ਨੇ। ਵੱਡੀ ਗੱਲ ਇਹ ਹੈ ਕਿ ਇਸ ਵੇਲੇ ਸਤਵਿੰਦਰ ਬਿੱਟੀ ਜੀ ਸਾਡੇ ਨਾਲ ਨੇ, ਪੰਜਾਬੀ ਗਾਇਕਾ ਵੀ ਨੇ, ਕਾਂਗਰਸ ਪਾਰਟੀ ਨਾਲ ਵੀ ਸੰਬੰਧ ਰੱਖਦੇ ਨੇ। ਤੁਸੀਂ ਆਏ ਹੋ ਅੱਜ ਕੋਈ ਪਾਰਟੀ ਦੀ ਗੱਲ ਨਾ ਕਰੋ ਕਿਉਂਕਿ ਮੈਂ ਕਿਸਾਨ ਦੀ ਧੀ ਆ। ਮੇਰੇ ਮਾਮੇ ਚਾਚੇ ਤਾਏ ਮੇਰੇ ਭਰਾ ਬੈਠੇ ਐ ਤੇ ਮੈਂ ਅਸੀਂ ਭੈਣਾਂ ਕਿਵੇਂ ਬੈਠ ਸਕਦੀਆਂ ਘਰਾਂ 'ਚ। ਕਿਸਾਨ ਦੀ ਧੀ ਹੋਣ ਦੇ ਨਾਤੇ ਤੁਸੀਂ ਮੈਂ ਜੰਮੀ ਆ ਇੱਥੇ, ਮੇਰੇ ਬਾਪ ਬੈਠੇ ਆ ਤੇ ਸਾਰਾ ਕੁਝ ਤਾਂ ਸਾਡਾ ਖਤਮ ਹੋ ਗਿਆ, ਬਾਕੀ ਰਹਿ ਕੀ ਗਿਆ। ਅਸੀਂ ਉਰੇ ਬੈਠੇ ਆ ਤਾਂ ਅਸੀਂ ਵੀ ਤਾਂ ਬੱਚੇ ਆ ਉਹਨਾਂ ਦੇ। ਤੇ ਸਿਰਫ ਕਿਸਾਨੀ ਦੀ ਗੱਲ ਕਰੋ, ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਹੈ ਹੋਰ ਕੋਈ ਗੱਲ ਹੀ ਨਹੀਂ ਹੋਣੀ ਚਾਹੀਦੀ ਜੀ। ਤੁਹਾਨੂੰ ਲੱਗਦਾ ਕਿ ਜਿਹੜੀ ਦੇਸ਼ ਦੀ ਸਰਕਾਰ ਕਿਉਂ ਨਹੀਂ ਮੰਨ ਰਹੀ ਹੈਗੀ? ਇੱਕ ਪਾਸੇ ਪਿਛਲੇ 2.5 ਮਹੀਨਿਆਂ ਤੋਂ ਅਸੀਂ ਲਗਾਤਾਰ ਕਹਿ ਰਹੇ ਹਾਂ, ਪੰਜਾਬ ਦੇ ਕਿਸਾਨ ਕਹਿ ਰਹੇ ਨੇ, ਦੇਸ਼ ਦੇ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਨਹੀਂ ਚਾਹੀਦੇ ਖੇਤੀ ਕਾਨੂੰਨ, ਪਰ ਮੋਦੀ ਸਰਕਾਰ ਹਾਲੇ ਵੀ ਪਿੱਛੇ ਨਹੀਂ ਹਟਦੀ। ਇਹ ਬਹੁਤ ਹੀ ਅਫਸੋਸ ਹੈ ਕਿਉਂਕਿ ਜਦੋਂ ਵੀ ਕੋਈ ਸਰਕਾਰ ਬਣਦੀ ਹੈ ਉਹ ਸਾਰੇ ਦੇਸ਼ ਦੀ ਸਰਕਾਰ ਹੈ, ਮੈਂ ਸਮਝਦੀ ਹਾਂ। ਔਰ ਬੜੀ ਸਿਆਣਪ ਨਾਲ ਹਰ ਜਿਹੜਾ ਵੀ ਸਾਡੀ ਕਮਿਊਨਿਟੀ ਹੈ ਉਹਦੀਆਂ ਫੀਲਿੰਗਸ ਨੂੰ ਮੁੱਖ ਰੱਖ ਕੇ ਫੈਸਲੇ ਹੋਣੇ ਚਾਹੀਦੇ ਆ। ਔਰ ਪੰਜਾਬ ਤਾਂ ਇੱਕ ਐਸਾ, ਅਸੀਂ ਤਾਂ ਪਿਆਰ ਦੇ ਬੰਨੇ ਹੋਏ ਆ, ਅਸੀਂ ਤਾਂ ਦਿਨ ਰਾਤ ਕੁਰਬਾਨੀਆਂ ਕਰਦੇ ਹਾਂ ਆਪਣੇ ਦੇਸ਼ ਲਈ। ਅੱਜ ਮੈਂ ਦੇਖ ਰਹੀ ਹਾਂ ਵੱਡੇ ਵੱਡੇ ਚੈਨਲ ਐਸੀਆਂ ਗਲਤ ਅਫਵਾਹਾਂ ਫੈਲਾ ਰਹੇ ਆ। ਆ ਵੀਰ ਮੇਰੇ ਭੈਣ ਭਰਾ, ਅਸੀਂ ਕੁਰਬਾਨੀ ਵਾਲੇ ਜਜ਼ਬੇ ਨਾਲ ਭਰੇ ਹੋਏ ਆ। ਅਸੀਂ ਲੋਕਾਂ ਨੂੰ ਰੋਟੀ ਖਵਾਉਣ ਵਾਲੀ ਕੌਮ ਹੈ ਸਾਡੀ, ਤੇ ਇਹ ਗਲਤ ਜਿਹੜਾ ਕਈ ਆਨਸਰ ਹੁੰਦੇ ਆ ਕਿ ਗਲਤ ਕੋਈ ਐਸਾ ਡਾਇਰੈਕਸ਼ਨ ਦੇ ਦਿਓ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਖਾਸ ਤੌਰ ਤੇ ਜੀ ਮੀਡੀਆ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਬਾਰ-ਬਾਰ ਕੋਈ ਵੀ ਸਾਡੀ ਇਹ ਪੰਜਾਬੀਆਂ ਨੂੰ ਜਿਹੜੀ ਕਿ ਤੁਹਾਡੇ ਤੋਂ ਕੁਰਬਾਨ ਹੋਈ ਆ ਦੇਸ਼ ਤੋਂ, ਸਾਡੇ ਗੁਰੂ ਤੇਗ ਬਹਾਦਰ ਜੀ ਤੋਂ ਸ਼ੁਰੂ ਹੋਈਆਂ ਕੁਰਬਾਨੀਆਂ ਦੇਖੋ ਹੈ ਜੀ, ਉਹਨਾਂ ਨੇ ਆ ਕੇ ਸਾਡੇ ਸਾਰੇ ਦੇਸ਼ ਨੂੰ ਬਚਾਇਆ। ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਤੇ ਨਾਲ ਹੀ ਚਾਂਦਨੀ ਚੌਂਕ ਹੈ, ਚਾਂਦਨੀ ਚੌਂਕ ਹੈ। ਤੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਸਾਡੀ ਕੌਮ ਦੂਜੇ ਪਾਸੇ ਜਾ ਰਹੀ ਹੈ? ਸੋ ਪਹਿਲਾਂ ਤਾਂ ਤੁਹਾਨੂੰ ਖਾਸ ਤੌਰ ਤੇ ਬੇਨਤੀ ਹੈ ਕਿ ਇਹ ਤੁਹਾਡੀ ਗਲਤੀ ਹੈ, ਤੁਸੀਂ ਇਸ ਰਾਹ ਨੂੰ ਬਦਲ ਰਹੇ ਹੋ। ਤਾਂ ਆਪਣੇ ਹੱਕ ਲੈਣ ਲਈ ਆਏ ਨੇ ਸ਼ਾਇਦ, ਮੈਨੂੰ ਲੱਗਦਾ ਸਾਡਾ ਜਿਹੜਾ ਹੱਕ ਹੈ, ਅਸੀਂ ਜ਼ਮੀਨਾਂ ਨਾਲ ਜੁੜੇ ਆ, ਜ਼ਮੀਨ ਤੋਂ ਬਿਨਾਂ ਸਾਡਾ ਕੁਝ ਨਹੀਂ। ਸਾਡੇ ਬਾਪ ਦਾਦੇ ਪੰਜਾਬ ਜਾਣੇ ਆ, ਅਸੀਂ ਜ਼ਮੀਨਾਂ ਨਾਲ ਜਾਂਦੇ ਆ। ਤੇ ਜਿਵੇਂ ਅਸੀਂ ਪਿਆਰ ਨਾਲ, ਅਸੀਂ ਤਾਂ ਆਪਣੀ ਕਿਰਤ ਕਰਨ ਵਾਲੀ ਕੌਮ ਹੈ। ਅੱਜ ਗੁਰੂ ਨਾਨਕ ਸਾਹਿਬ ਦਾ ਸਾਡਾ ਗੁਰਪੁਰਬ ਹੈ, ਸਾਨੂੰ ਉਹਨਾਂ ਨੇ ਦਿੱਤਾ ਕਿ ਨਾਮ ਜਪੋ ਕਿਰਤ ਕਰੋ ਵੰਡ ਛਕੋ ਹੈ ਜੀ। ਅਸੀਂ ਤਾਂ ਉਹਨਾਂ ਦਾ ਦਿੱਤਾ ਹੋਇਆ ਨਾਰਾ ਲੈ ਕੇ ਜੀ ਰਹੇ ਹਾਂ, ਅਸੀਂ ਤਾਂ ਵੰਡ ਕੇ ਛਕ ਰਹੇ ਹਾਂ, ਅਸੀਂ ਕਿਸੇ ਨਾਲ ਲੜਦੇ ਹੀ ਨਹੀਂ। ਅਸੀਂ ਤਾਂ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕ ਹਾਂ, ਉਹੀ ਸਾਡੀ ਕੌਮ ਹੈ, ਉਹੀ ਸਾਡੀ ਭਾਵਨਾ ਹੈ। ਔਰ ਮੈਂ ਇਤਿਹਾਸ ਬਹੁਤ ਗਾਇਆ, ਇਤਿਹਾਸ ਪੜ੍ਹਿਆ। ਮੈਂ ਸਾਰਿਆਂ ਨੂੰ ਕਹਿਣਾ ਦੇਸ਼ ਨੂੰ, ਜਿਵੇਂ ਅੱਜ ਵੱਡੇ ਵੱਡੇ ਲੋਕ ਬੜੀਆਂ ਟਿੱਪਣੀਆਂ ਕਰ ਰਹੇ ਨੇ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਕਿਉਂਕਿ ਉਹ ਟਿੱਪਣੀਆਂ ਤਾਂ ਕਰ ਰਹੇ ਨੇ ਉਹਨਾਂ ਨੇ ਸਿੱਖ ਇਤਿਹਾਸ ਨਹੀਂ ਪੜ੍ਹਿਆ, ਉਹਨਾਂ ਨੇ ਪੰਜਾਬ ਦਾ ਇਤਿਹਾਸ ਨਹੀਂ ਪੜ੍ਹਿਆ। ਅੱਜ ਪੰਜਾਬ ਦਾ ਇਤਿਹਾਸ ਹੈ ਕਿ ਅਸੀਂ ਕੁਰਬਾਨੀਆਂ ਲੈ ਕੇ, ਜਦੋਂ ਲੋਕ ਸਾਡੇ ਕੋਲੇ ਮਦਦ ਮੰਗਣ ਆਉਂਦੇ ਵੀ ਭਾਈ ਸਾਡੀ ਹਿਫਾਜ਼ਤ ਕਰੋ, ਸਾਡੇ ਦੇਸ਼ ਦੀ ਹਿਫਾਜ਼ਤ ਕਰੋ। ਸੋ ਅੱਜ ਜਿਹੜੀਆਂ ਇਹ ਜਿਹੜਾ ਕਈ ਸਿਆਸਤਾਂ ਲੋਕ ਕਰਦੇ ਹੈ, ਔਰ ਵੱਡੇ ਵੱਡੇ ਲੋਕ ਜਿਹੜੇ ਪੈਸਾ ਖਾ ਕੇ ਰੱਜਦੇ ਨਹੀਂ, ਅੱਜ ਉਹਨਾਂ ਨੂੰ ਲੱਗਿਆ ਕਿ ਕਰੋਨਾ ਦਾ ਜਿਹੜਾ ਇਹ ਡਰਾਮਾ ਹੋਇਆ, ਕਰੋਨੇ 'ਚ ਵੀ ਇਹ ਲੋਕ ਤਾਂ ਖੁਸ਼ੀ ਨਾਲ ਲੰਗਰ ਵੰਡ ਰਹੇ ਆ ਤੇ ਇਹਨਾਂ ਤੇ ਨਿਗਾਹ ਆ ਗਈ ਵੀ ਇਹਨਾਂ ਨੂੰ ਵੀ ਕੰਟਰੋਲ ਕੀਤਾ ਜਾਵੇ। ਮੈਂ ਕਹਿੰਦਾ ਵੀ ਖੱਟੜ ਸਰਕਾਰ ਕਹਿ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਭੜਕਾ ਰਹੇ ਨੇ ਕਿਸਾਨਾਂ ਨੂੰ, ਕਦੇ ਕਹਿ ਦਿੰਦੇ ਕਿ ਸਿਆਸੀ ਪਾਰਟੀਆਂ ਦੀ ਸ਼ੈ ਹੈ ਜਾਂ ਪੈਸੇ ਸਪਾਂਸਰ। ਅੱਜ ਕਿਸੇ ਸਿਆਸਤ ਦੀ ਗੱਲ ਨਾ ਕਰੋ, ਅੱਜ ਸਾਡੀ ਹੋਂਦ ਦੀ ਲੜਾਈ ਹੈ। ਅਸੀਂ ਜਿਹੜੇ ਪੰਜਾਬ ਦੇ ਇੱਥੇ ਜੰਮੇ ਆ ਨਾ, ਸਾਨੂੰ ਮਾਣ ਹੈ ਅਸੀਂ ਇਸ ਪੰਜਾਬ 'ਚ ਜੰਮੇ ਆ। ਅੱਜ ਸਾਡੀ ਹੋਂਦ ਦੀ ਲੜਾਈ ਹੈ। ਅਸੀਂ ਜ਼ਮੀਨਾਂ ਦੇ ਫੈਸਲੇ ਜੋ ਵੀ ਹੈ ਉਹ ਸਾਡੇ ਆਪਣੇ ਨੇ, ਅਸੀਂ ਕਿਸੇ ਦੇ ਅੰਡਰ ਨਹੀਂ ਚੱਲ ਸਕਦੀ। ਸਾਡੀ ਕੌਮ ਪਿਆਰ ਨਾਲ ਚੱਲਦੀ ਹੈ, ਪਿਆਰ ਨਾਲ ਤਾਂ ਅਸੀਂ ਜਾਨਾਂ ਵਾਰਦੇ ਆ। ਕਹਿੰਦੇ ਜੱਟ ਗੁੜ ਨਹੀਂ ਕੀ ਦਿੰਦੇ ਆ ਨਾ, ਭੇਲੀ ਦੇ ਦਿੰਦਾ, ਗੰਨਾ ਨਹੀਂ ਦਿੰਦਾ। ਸੋ ਇਹ ਸਾਡਾ ਇੱਕ ਸੱਭਿਆਚਾਰ ਹੈ, ਅਸੀਂ ਤਾਂ ਪਿਆਰ ਦੇ ਬੰਨੇ ਆ। ਸੋ ਅਸੀਂ ਆਪਣੇ ਫੈਸਲੇ ਆਪ ਲੈਣੇ, ਸਾਡੇ ਤੇ ਇਹ ਲਾਗੂ ਨਹੀਂ ਕੁਛ ਹੁੰਦਾ। ਸਾਡੇ ਨਾਲ ਸਲਾਹ ਮਸ਼ਵਰਾ ਕਰੋ ਜੇ ਤੁਹਾਨੂੰ ਕੋਈ ਲੋੜ ਹੈ। ਤੇ ਸਾਡੇ ਜੋ ਕਿਸਾਨ ਚਾਹੁੰਦੇ ਆ ਉਹਨਾਂ ਦੀ ਪਹਿਲ ਦੇ ਆਧਾਰ ਤੇ ਇਹ ਮਸਲਾ ਸਰਕਾਰ ਨੂੰ ਹੱਲ ਕਰਨਾ ਚਾਹੀਦਾ। ਬਦਨਾਮ ਕਰ ਰਹੇ ਨੇ, ਕੁਝ ਬਦਨਾਮ ਕਰਨ, ਜਿਵੇਂ ਤੁਸੀਂ ਖੁਦ ਵੀ ਨਾਮ ਲਿਆ, ਜਿਵੇਂ ਮੈਂ ਕਿਹਾ ਕਿ ਕੁਝ ਜਾਣਤ ਹੈ। ਅੱਜ ਉਹ ਇੱਥੇ ਸਾਹ ਤਾਂ ਲੈ ਰਹੇ ਨੇ, ਜੇ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਕੀਤੀ ਹੈ ਦਿੱਲੀ ਆ ਕੇ। ਮੈਂ ਫੇਰ ਕਹਿੰਦੀ ਹਾਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ। ਮੈਂ ਇਹਨਾਂ ਨੂੰ ਕਹਿਣਾ, ਕੰਗਣਾ ਨੂੰ ਤੇ ਮੁਕੇਸ਼ ਨੂੰ ਵੀ ਜਾ ਕੇ ਇਤਿਹਾਸ ਪੜ੍ਹ ਲਓ, ਹੁਣ ਤਾਂ ਆਨਲਾਈਨ ਮਿਲ ਜਾਂਦਾ ਹੈ। ਉਹ ਮੇਰੇ ਸ਼ਬਦ ਹੀ ਸੁਣ ਲਓ ਜਿਹੜੇ ਮੈਂ ਗਾਏ ਆ ਉਹਨਾਂ ਤੇ, ਉਹਨਾਂ ਤੋਂ ਵੀ ਸਾਰਾ ਇਤਿਹਾਸ ਤੁਹਾਨੂੰ ਪਤਾ ਲੱਗ ਜੂਗਾ ਵੀ ਤੁਸੀਂ ਕਿਹਨੂੰ ਲਲਕਾਰ ਰਹੇ ਹੋ। ਸ਼ਰਮ ਕਰੋ। ਅਨਾਜ ਜਿਹੜਾ ਕਿਸਾਨ ਉਗਾਉਂਦਾ, ਸਾਰਾ ਦੇਸ਼ ਦਾ ਢਿੱਡ ਭਰਦਾ, ਰੋਟੀ ਖਾਂਦੇ ਨੇ, ਉਹਦਾ ਵੀ ਦੇਖਣਾ ਚਾਹੀਦਾ ਕਿ ਅਨਾਜ ਜਦੋਂ ਕਿਸਾਨ ਪਿਆਰ ਹੈ, ਸਾਡੀ ਹੋਂਦ ਹੈ। ਸੋ ਅੱਜ ਅਸੀਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ। ਅਸੀਂ ਸਿਰਫ ਆਪਣਾ ਜੋ ਜੀਵਨ ਸ਼ੈਲੀ ਹੈ ਅਸੀਂ ਆਪਣੇ ਅਨੁਸਾਰ ਚਲਾਉਂਦੇ ਹਾਂ। ਸੋ ਮੈਂ
ਹਰ ਹਾਲਤ ਵਿੱਚ ਮੈਂ ਇੱਕ ਧੀ ਬਣ ਕੇ ਇੱਥੇ ਆਈ ਹਾਂ। ਮੈਂ ਕੁਛ ਨਹੀਂ ਬਣਨਾ ਚਾਹੁੰਦੀ, ਨਾ ਮੈਂ ਹੈਗੀ ਆ। 20 ਸਾਲ ਇੱਥੇ ਲੱਖਾਂ ਲੋਕ ਬੈਠੇ ਆ ਜਿਨ੍ਹਾਂ ਦੇ ਘਰ ਘਰ ਜਾ ਕੇ ਮੈਂ ਗੀਤ ਗਾਏ, ਖੁਸ਼ੀਆਂ ਦੇ ਗਾਏ, ਧਾਰਮਿਕ ਗਾਏ। ਅੱਜ ਉਹ ਮੇਰੇ ਬਜ਼ੁਰਗ ਤਾਂ ਇੱਥੇ ਬੈਠੇ ਆ ਤੇ ਮੇਰੀਆਂ ਅੱਖਾਂ ਨਮ ਨੇ। ਅਸੀਂ ਕੀ ਕਰਨਾ ਹੋਰ ਚੀਜ਼ਾਂ ਨੂੰ? ਸਭ ਤੋਂ ਪਹਿਲਾਂ ਸਾਡੇ ਬਜ਼ੁਰਗ ਨੇ ਜੋ ਇਹ ਰਸਤਾ ਦਿਖਾਣਗੇ, ਜਿੱਥੇ ਇਹ ਕਹਿਣਗੇ ਅਸੀਂ ਨੰਗੇ ਪੈਰੀ ਤੁਰਾਂਗੇ। ਅਸੀਂ ਪਿੱਛੇ ਆ ਔਰ ਜਿਸ ਤਰ੍ਹਾਂ ਹੀ ਕਹਿਣਗੇ ਅਸੀਂ ਪਹਿਲਾਂ ਆਪਣੀ ਹਿੱਕ ਤੇ ਛਾਤੀ ਤੇ ਗੋਲੀਆਂ ਖਾਵਾਂਗੇ। ਸਾਰੀਆਂ ਭੈਣਾਂ ਅੱਜ ਪੰਜਾਬ ਦੀਆਂ ਭੈਣਾਂ ਪਿੱਛੇ ਬੈਠੀਆਂ, ਰੋਟੀਆਂ ਪਕਾਈ ਬੈਠੀਆਂ। ਜਿਆਦਾ ਆਰਡਰ ਲਾਣਗੇ ਸਾਡੇ ਵੱਡੇ ਸਾਡੇ ਬਜ਼ੁਰਗ ਵੀ ਆ ਜਾਓ, ਅਸੀਂ ਰੋਟੀਆਂ ਚੱਕ ਕੇ ਪਿੱਛੇ ਟਰਾਲੀਆਂ ਭਰ ਕੇ ਆਵਾਂ। ਬਿਲਕੁਲ ਇੱਕ ਸਵਾਲ ਹੈ, ਕੁਝ ਪੋਲੀਟੀਸ਼ੀਅਨ ਆਏ ਤਾਂ ਵਿਰੋਧ ਹੋਇਆ, ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ? ਮੈਨੂੰ ਦੇਖੋ ਹੋਣਾ ਚਾਹੀਦਾ, ਕਿਉਂਕਿ ਸਾਰੇ ਚੰਗੇ ਨਹੀਂ, ਸਾਰੇ ਮਾੜੇ ਨਹੀਂ। ਹਰ ਪ੍ਰੋਫੈਸ਼ਨ 'ਚ ਬਹੁਤ ਗਲਤ ਲੋਕ ਨੇ। ਸਾਡੇ ਹੱਕ ਇੰਨੇ ਲੁੱਟੇ ਗਏ, ਸਾਨੂੰ ਕਿਸੇ ਤੇ ਯਕੀਨ ਨਹੀਂ ਹੈ। ਇਸ ਕਰਕੇ ਮੈਂ ਕਹਿੰਦੀ ਆ ਵੀ ਜੋ ਸੰਗਤ ਦਾ ਫੈਸਲਾ ਹੈ, ਅੱਜ ਅਸੀਂ ਜਿਹੜੀ ਸਭਾ ਹੈ ਨਾ, ਮੈਂ ਕਹਿੰਦੀ ਹਾਂ ਫਤਿਹਗੜ੍ਹ ਨਹੀਂ ਮਨਾ ਰਹੇ, ਅੱਜ ਅਸੀਂ ਦਿੱਲੀ 'ਚ ਸਭਾ ਮਨਾ ਰਹੇ ਹਾਂ। ਔਰ ਇਹ ਸਾਡੀ ਜਿਹੜੀ ਕੌਮ ਹੈ ਪੰਜਾਬ ਦੀ, ਸਾਨੂੰ ਚੁਣਿਆ ਹੀ ਪਰਮਾਤਮਾ ਨੇ ਕੁਰਬਾਨੀਆਂ ਵਾਸਤੇ ਔਰ ਰਸਤੇ ਨਵੇਂ ਦਿਖਾਉਣ ਵਾਸਤੇ ਹੈ। ਇਹ ਸਾਡੇ ਮੋਢਿਆਂ ਤੇ ਬੋਝ ਪਾਇਆ ਪਰਮਾਤਮਾ ਨੇ। ਸੋ ਅਸੀਂ ਤਿਆਰ ਹਾਂ ਜਿਸ ਤਰ੍ਹਾਂ ਜਿੱਤੋਗੇ, ਜਿੱਤ ਯਕੀਨੀ ਹੈ। ਮੈਂ ਕਹਿੰਦੀ ਹਾਂ ਜੋ ਰੰਗਜੀਤ ਦੀਆਂ ਜੜ੍ਹਾਂ ਕਿਹਨੇ ਹਿਲਾਈਆਂ? ਹਾਂਜੀ, ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦਿੱਤੀਆਂ ਖੋਹ ਕੇ ਮੁਗਲਾਂ ਤੋਂ, ਤੇ ਅੱਜ ਫਿਰ ਅਸੀਂ ਕਿਵੇਂ ਡਰ ਸਕਦੇ ਹਾਂ? ਸੋ ਇਸ ਕਰਕੇ ਇਹ ਜਿਹੜਾ ਅੜੀਅਲ ਵਤੀਰਾ ਹੈ, ਕੋਈ ਵੀ ਲੀਡਰ ਹੈ, ਮੈਂ ਕਿਸੇ ਦਾ ਨਾਂ ਨਹੀਂ ਲੈ ਸਕਦੀ। ਮੈਨੂੰ ਤਾਂ ਇਹ ਹੈ ਕਿ ਕੋਈ ਵੀ ਲੀਡਰ ਹੈ ਉਹ ਸਾਰੇ ਮੁਲਕ ਦਾ ਲੀਡਰ ਹੈ, ਕੌਮ ਦਾ। ਔਰ ਕਿਸਾਨ ਖੁਸ਼ ਰਹਿਣ, ਸਾਰੀਆਂ ਕੌਮਾਂ ਖੁਸ਼ ਰਹਿਣ, ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਆ, ਨਾ ਕਿ ਤੁਸੀਂ ਕਿਸੇ ਦੀ ਅਣਖ ਨੂੰ ਵੰਗਾਰੋ। ਜਦੋਂ ਰਾਜ ਪ੍ਰਬੰਧ ਚਲਾਉਂਦੇ ਹੋ, ਦੇਸ਼ ਦੇ ਨਾਗਰਿਕਾਂ ਦਾ ਖਿਆਲ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਦੇਸ਼ ਦੀ ਸਰਕਾਰ ਨੇ ਰੱਖਣਾ ਹੁੰਦਾ, ਤੇ ਇਹ ਵੀ ਦੇਸ਼ ਦੇ ਨਾਗਰਿਕ ਨੇ। ਬਿਲਕੁਲ ਜੀ, ਗੱਲ ਤੁਸੀਂ ਦੇਖੋ ਇਹ ਕਿੰਨਾ ਮਾੜਾ ਗੱਲ ਹੈ। ਜਿਹੜੇ ਅਸੀਂ ਦੇਸ਼ ਦੀ ਜਾਨਾਂ ਵਾਰਦੇ ਨੇ, ਅਸੀਂ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਦੇ ਗੀਤ ਗਾਉਂਦੇ ਰਹੇ ਤੇ ਸਾਡੇ ਡੰਡੇ ਪੈ ਰਹੇ ਆ ਇੱਥੇ ਆਉਣ ਲਈ। ਮੈਂ ਤਾਂ ਸਮਝ ਨਹੀਂ ਆਈ, ਅਸੀਂ ਆਪਣੇ ਦੇਸ਼ ਜਾਣਾ ਕੀ ਟੋਏ ਪੱਟ ਤੇ ਬੈਰੀਗੇਡ ਲਾਤੇ, ਕਿਤੇ ਕੁਝ ਹੋ ਗਿਆ? ਕੀ ਮਤਲਬ ਕੀ ਹੈ? ਸਾਨੂੰ ਕੀ ਦਿਖਾਉਣਾ ਚਾਹ ਰਹੇ ਆ? ਅਸੀਂ ਪੜ੍ਹੀ ਲਿਖੀ ਕੌਮ ਹੈ। ਮੈਂ ਖੁਦ ਆਈ ਡਿਡ BSc ਨਾਨ ਮੈਡੀਕਲ, ਔਰ ਮੈਂ ਆਪਣੀ ਕੌਮ ਲਈ ਲੜਦੀ ਹਾਂ। ਜਿੱਥੇ ਰਹੂੰਗੀ ਆਪਣੀ ਕੌਮ ਦੀ ਜੋ ਮੇਰੇ ਗੁਰੂ ਨੇ ਸਿੱਖਿਆ ਦਿੱਤੀ ਹੈ, ਆਪਣੇ ਗੁਰੂ ਨੂੰ ਅਸੀਂ ਪਿੱਠ ਥੋੜੀ ਦਿਖਾਉਣੀ ਹੈ, ਉਹੀ ਫੈਸਲੇ ਲਵਾਂਗੀ। ਔਰ ਮੇਰਾ ਪੰਜਾਬ, ਮੇਰੇ ਬਜ਼ੁਰਗ ਆਪਣੀ ਧੀ ਤੇ ਮਾਣ ਕਰਨਗੇ। ਇਹ ਮੈਂ ਜਜ਼ਬਾ ਲੈ ਕੇ ਕੰਮ ਕਰ ਰਹੀ ਹਾਂ। ਮੈਂ ਜਿੱਥੇ ਵੀ ਹੋਵਾਂ, ਮੇਰੀ ਲੜਾਈ ਔਰ ਮੇਰਾ ਜੋ ਖਿਆਲ ਹੈ ਉਹ ਤਾਂ ਮੈਂ ਉਸੇ ਤੋਂ ਪ੍ਰੇਰਿਤ ਹਾਂ, ਆਪਣੇ ਗੁਰੂ ਸਾਹਿਬ ਤੋਂ ਅਸੀਂ ਪ੍ਰੇਰਿਤ ਹਾਂ। ਔਰ ਅਸੀਂ ਮਾਨਵਤਾ ਲਈ ਗੁਰੂ ਸਾਹਿਬ ਨੇ ਸਿਖਾਇਆ ਵੀ ਸਾਰੇ ਲਈ ਭਲਾ ਮੰਗਦੀ ਹੈ ਕੌਮ ਦਾ ਭਲਾ। ਔਰ ਉਹਨਾਂ ਨੇ ਕਿਹਾ ਚੂੰ ਕਰ ਅਜ਼ ਹਮਾ ਹੀਲ ਤੇ ਦਰ ਗੁਜਸ਼ਤ ਬੁਰਦਨਸਤ ਬ ਸ਼ਮਸ਼ੀਰ ਦਸਤ। ਪਰ ਜਦੋਂ ਸਾਰੀਆਂ ਗੱਲਾਂ ਤੋਂ ਕੰਮ ਲੰਘ ਜਾਵੇ, ਫਿਰ ਸਾਨੂੰ ਖੜਨਾ ਪੈਂਦਾ, ਆਪਣੇ ਹੱਕ ਮੰਗਣੇ ਪੈਂਦੇ ਆ। ਸਾਨੂੰ ਮੰਗਣੇ ਪੈ ਰਿਹਾ, ਅਸੀਂ ਕੀ ਕਰੀਏ? ਸਾਡਾ ਮਕਸਦ ਇਹੀ ਹੈ ਵੀ ਸਾਡੇ ਜੋ ਸਾਡਾ ਜੀਣ ਦਾ ਤਰੀਕਾ ਉਹਨੂੰ ਨਾ ਬਦਲਿਆ ਜਾਵੇ। ਜੋ ਸਾਡਾ ਚੱਲ ਰਹੀ ਹੈ ਜੀਵਨ ਸ਼ੈਲੀ, ਜਿਸ 'ਚ ਅਸੀਂ ਖੁਸ਼ ਹਾਂ, ਤੁਸੀਂ ਕਿਉਂ ਉਹਨੂੰ ਬਦਲਣਾ? ਵਾਰ-ਵਾਰ ਫਾਇਦੇ ਗਿਣਵਾ ਰਹੇ ਨੇ ਸਾਨੂੰ ਕਿ ਫਾਇਦੇ ਨੇ, ਪਰ ਫਾਇਦਾ ਜਦੋਂ ਅਸੀਂ ਲੈਣਾ ਹੀ ਨਹੀਂ ਚਾਹੁੰਦੇ। ਸਾਡੀ ਤਾਂ ਜ਼ਮੀਨ ਹੈ, ਸਾਡੀ ਅਣਖ ਹੈ, ਤੁਸੀਂ ਸਾਨੂੰ ਜੀਣ ਦਿਓ ਜਿਵੇਂ ਅਸੀਂ ਜੀ ਰਹੇ ਹਾਂ। ਅਸੀਂ ਤਾਂ ਉਸੇ ਤੇ ਭੰਗੜੇ ਨਹੀਂ ਚਾਹੀਦੇ ਖੇਤੀ ਕਾਨੂੰਨ, ਬਿਲਕੁਲ ਸਾਨੂੰ ਬਿਲਕੁਲ ਨਹੀਂ ਚਾਹੀਦੇ। ਮੈਂ ਮੋਦੀ ਜੀ ਨੂੰ ਕਹਿੰਦੇ ਆ, ਤੁਸੀਂ ਬਹੁਤ ਵੱਡਾ ਤੁਹਾਨੂੰ ਮੌਕਾ ਦਿੱਤਾ ਹੈ ਪਰਮਾਤਮਾ ਨੇ, ਜਿਹਨੂੰ ਵੀ ਤੁਸੀਂ ਮੰਨਦੇ ਹੋ, ਉਸ ਨੂੰ ਸਾਹਮਣੇ ਰੱਖ ਕੇ ਤੁਸੀਂ ਅੱਜ ਇਹ ਲੋਕਾਂ ਦੀ ਆਵਾਜ਼ ਸੁਣੋ ਔਰ ਬਹੁਤ ਚੰਗਾ ਫੈਸਲਾ ਲਓ। ਤੁਹਾਡੇ ਤੇ ਵੀ ਅਸੀਂ ਮਾਣ ਕਰੀਏ ਕਿ ਤੁਸੀਂ ਅੱਜ ਸਾਡੇ ਗੁਰੂਆਂ ਨੂੰ ਯਾਦ ਕਰਕੇ, ਹਿੰਦ ਦੀ ਚਾਦਰ ਨੂੰ ਯਾਦ ਕਰਕੇ ਅੱਜ ਆ ਮੇਰੇ ਜਿਹੜੇ ਬਜ਼ੁਰਗ ਬੈਠੇ ਨੇ, ਇਹਨਾਂ ਨੂੰ ਆਪਣੇ ਘਰਾਂ ਨੂੰ ਮੋੜੋਗੇ। ਮੋਦੀ ਜੀ, ਮੈਨੂੰ ਤੁਹਾਡੇ ਤੇ ਮਾਣ ਹੋਵੇ, ਐਸਾ ਫੈਸਲਾ ਲਓ। ਅੱਜ ਜਿਹੜੇ ਲੋਕ ਤੁਹਾਨੂੰ ਕਿੰਤੂ ਪ੍ਰੰਤੂ ਕਰ ਰਹੇ ਨੇ, ਅੱਜ ਯਾਦ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ, ਜਿਨ੍ਹਾਂ ਨੇ ਹਿੰਦੂਆਂ ਦੀ ਰੱਖਿਆ ਕੀਤੀ ਸੀ। ਔਰ ਇਹ ਜਿਹੜੀ ਕੱਟੜਤਾ, ਇਹ ਜਿਹੜਾ ਤੁਹਾਡਾ ਜਾ ਰਿਹਾ, ਮੈਨੂੰ ਨਹੀਂ ਪਤਾ ਤੁਸੀਂ ਕਿਸ ਤਰ੍ਹਾਂ ਦੀ ਸੋਚ ਰੱਖਦੇ, ਕਿਉਂਕਿ ਮੈਂ ਤੁਹਾਨੂੰ ਕਦੇ ਮਿਲੀ ਨਹੀਂ, ਪਰ ਤੁਹਾਡਾ ਜਿਹੜਾ ਜਾ ਰਿਹਾ ਕਿ ਤੁਸੀਂ ਕੱਟੜਤਾ ਨਾਲ ਕਾਨੂੰਨ ਪਾਸ ਕਰ ਰਹੇ ਹੋ, ਉਹਨੂੰ ਵਾਪਸ ਲੈ ਕੇ ਇਤਿਹਾਸ ਸੱਜਦੇ ਹੋ। ਔਰ ਮੇਰੀ ਕੌਮ ਦਾ, ਮੇਰੇ ਬਜ਼ੁਰਗਾਂ ਦੀ ਲੰਬੀ ਜ਼ਿੰਦਗੀ ਲਈ ਮੈਂ ਅਰਦਾਸ ਕਰਦੀ ਹਾਂ, ਔਰ ਅਰਦਾਸ ਕਰਦੀ ਹਾਂ ਸਾਡੇ ਦੇਸ਼ ਦਾ ਇਹ ਮਾਹੌਲ ਅੱਛਾ ਹੋਵੇ। ਇਹ ਮੇਰੀਆਂ ਦੁਆਵਾਂ ਨੇ। ਇੱਕ ਸ਼ਾਂਤੀ ਚਾਹੁੰਦੇ ਹਾਂ, ਸ਼ਾਂਤੀ ਚਾਹੁੰਦੇ ਹਾਂ ਅਸੀਂ ਹਾਂਜੀ, ਕਿ ਸ਼ਾਂਤੀ ਨਾਲ ਘਰੇ ਰੁਕੋ। ਔਰ ਇਹ ਜਿਹੜਾ ਕੁਰਬਾਨੀਆਂ ਦਾ ਸਿਲਸਿਲਾ ਮੇਰੀ ਕੌਮ ਦਾ ਚੱਲਦਾ ਹੈ, ਮੈਂ ਨਹੀਂ ਚਾਹੁੰਦੀ ਇਹ ਅੱਗੇ ਹੋਰ ਚੱਲੇ। ਔਰ ਅਸੀਂ ਬਹੁਤ ਅੱਛੇ ਤਰੀਕੇ ਨਾਲ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਵਿਸਾਖੀ ਮਨਾਈਏ, ਤਿੰਨੋਂ ਕਾਨੂੰਨ ਪਹਿਲ ਦੇ ਆਧਾਰ ਤੇ ਵਾਪਸ ਲੈ ਜਾਣ। ਧੰਨਵਾਦ ਸਤਵਿੰਦਰ ਬਿੱਟੀ ਜੀ ਗੱਲਬਾਤ ਕਰਨ ਦੇ ਲਈ। ਸੋ ਸਤਵਿੰਦਰ ਬਿੱਟੀ ਨੂੰ ਤੁਸੀਂ ਸੁਣਿਆ, ਉਹਨਾਂ ਨੇ ਕਿਹਾ ਹੈ ਕਿ ਇੱਕ ਪੰਜਾਬ ਦੀ ਧੀ ਦੇ ਤੌਰ ਤੇ ਇੱਥੇ ਆਈਆਂ, ਕਿਸੇ ਸਿਆਸਤ ਕਰਨ ਨਹੀਂ ਆਈ, ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧ ਹੋਣ ਕਰਕੇ ਨਹੀਂ ਆਈ। ਸੋ ਸਾਡੇ ਬਾਪੂ ਬੈਠੇ ਨੇ, ਸਾਡੇ ਦਾਦੇ ਬੈਠੇ ਨੇ, ਤਾਂ ਅਸੀਂ ਵੀ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹਾਂ। ਫਿਲਹਾਲ ਦੇਖਣਾ ਹੋਏਗਾ ਕਿ ਅੱਗੇ ਕੀ ਕੁਝ ਹੁੰਦਾ। ਤਮਾਮ ਅਪਡੇਟ ਤੁਹਾਨੂੰ ਦਿਖਾਉਂਦੇ ਰਵਾਂਗੇ। ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਬੀਰ ਸਿੰਘ। ਮੈਂ ਹਾਂ ਰਣਬੀਰ ਸਿੰਘ ਰਾਣਾ, ਕੁੰਡਲੀ ਬਾਰਡਰ ਤੋਂ ਲਗਾਤਾਰ ਅਪਡੇਟ ਤੁਹਾਨੂੰ ਦਿਖਾ ਰਹੇ ਹਾਂ। ਵੱਖ-ਵੱਖ ਵਰਗਾਂ ਦੇ, ਵੱਖ-ਵੱਖ ਧਰਮਾਂ ਦੇ ਵੱਖ-ਵੱਖ ਲੋਕ ਇੱਥੇ ਕਿਸਾਨਾਂ ਦੇ ਸਮਰਥਨ ਦੇ ਵਿੱਚ ਸ਼ਾਮਲ ਹੋ ਰਹੇ ਨੇ। ਵੱਡੀ ਗੱਲ ਇਹ ਹੈ ਕਿ ਇਸ ਵੇਲੇ ਸਤਵਿੰਦਰ ਬਿੱਟੀ ਜੀ ਸਾਡੇ ਨਾਲ ਨੇ, ਪੰਜਾਬੀ ਗਾਇਕਾ ਵੀ ਨੇ, ਕਾਂਗਰਸ ਪਾਰਟੀ ਨਾਲ ਵੀ ਸੰਬੰਧ ਰੱਖਦੇ ਨੇ।
ਤੁਸੀਂ ਆਏ ਹੋ। ਅੱਜ ਕੋਈ ਪਾਰਟੀ ਦੀ ਗੱਲ ਨਾ ਕਰੋ ਕਿਉਂਕਿ ਮੈਂ ਕਿਸਾਨ ਦੀ ਧੀ ਆ। ਮੇਰੇ ਮਾਮੇ ਚਾਚੇ ਤਾਏ ਮੇਰੇ ਭਰਾ ਬੈਠੇ ਐ ਤੇ ਅਸੀਂ ਭੈਣਾਂ ਕਿਵੇਂ ਬੈਠ ਸਕਦੀਆਂ ਘਰਾਂ 'ਚ। ਕਿਸਾਨ ਦੀ ਧੀ ਹੋਣ ਦੇ ਨਾਤੇ ਤੁਸੀਂ ਮੈਂ ਜੰਮੀ ਆ ਇੱਥੇ, ਮੇਰੇ ਬਾਪ ਬੈਠੇ ਆ ਤੇ ਸਾਰਾ ਕੁਝ ਤਾਂ ਸਾਡਾ ਖਤਮ ਹੋ ਗਿਆ, ਬਾਕੀ ਰਹਿ ਕੀ ਗਿਆ। ਅਸੀਂ ਉਰੇ ਬੈਠੇ ਆ ਤਾਂ ਅਸੀਂ ਵੀ ਤਾਂ ਬੱਚੇ ਆ ਉਹਨਾਂ ਦੇ। ਤੇ ਸਿਰਫ ਕਿਸਾਨੀ ਦੀ ਗੱਲ ਕਰੋ। ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਹੈ, ਹੋਰ ਕੋਈ ਗੱਲ ਹੀ ਨਹੀਂ ਹੋਣੀ ਚਾਹੀਦੀ ਜੀ। ਤੁਹਾਨੂੰ ਲੱਗਦਾ ਕਿ ਜਿਹੜੀ ਦੇਸ਼ ਦੀ ਸਰਕਾਰ ਕਿਉਂ ਨਹੀਂ ਮੰਨ ਰਹੀ ਹੈਗੀ? ਇੱਕ ਪਾਸੇ ਪਿਛਲੇ 2.5 ਮਹੀਨਿਆਂ ਤੋਂ ਅਸੀਂ ਲਗਾਤਾਰ ਕਹਿ ਰਹੇ ਹਾਂ, ਪੰਜਾਬ ਦੇ ਕਿਸਾਨ ਕਹਿ ਰਹੇ ਨੇ, ਦੇਸ਼ ਦੇ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਨਹੀਂ ਚਾਹੀਦੇ ਖੇਤੀ ਕਾਨੂੰਨ, ਪਰ ਮੋਦੀ ਸਰਕਾਰ ਹਾਲੇ ਵੀ ਪਿੱਛੇ ਨਹੀਂ ਹਟਦੀ। ਇਹ ਬਹੁਤ ਹੀ ਅਫਸੋਸ ਹੈ ਕਿਉਂਕਿ ਜਦੋਂ ਵੀ ਕੋਈ ਸਰਕਾਰ ਬਣਦੀ ਹੈ ਉਹ ਸਾਰੇ ਦੇਸ਼ ਦੀ ਸਰਕਾਰ ਹੈ, ਮੈਂ ਸਮਝਦੀ ਹਾਂ। ਔਰ ਬੜੀ ਸਿਆਣਪ ਨਾਲ ਹਰ ਜਿਹੜਾ ਵੀ ਸਾਡੀ ਕਮਿਊਨਿਟੀ ਹੈ ਉਹਦੀਆਂ ਫੀਲਿੰਗਸ ਨੂੰ ਮੁੱਖ ਰੱਖ ਕੇ ਹੀ ਫੈਸਲੇ ਹੋਣੇ ਚਾਹੀਦੇ ਆ। ਔਰ ਪੰਜਾਬ ਤਾਂ ਇੱਕ ਐਸਾ, ਅਸੀਂ ਤਾਂ ਪਿਆਰ ਦੇ ਬੰਨੇ ਹੋਏ ਆ। ਅਸੀਂ ਤਾਂ ਦਿਨ ਰਾਤ ਕੁਰਬਾਨੀਆਂ ਕਰਦੇ ਹਾਂ ਆਪਣੇ ਦੇਸ਼ ਲਈ। ਅੱਜ ਮੈਂ ਦੇਖ ਰਹੀ ਹਾਂ ਵੱਡੇ ਵੱਡੇ ਚੈਨਲ ਐਸੀਆਂ ਗਲਤ ਅਫਵਾਹਾਂ ਫੈਲਾ ਰਹੇ ਆ। ਆ ਵੀਰ ਮੇਰੇ ਭੈਣ ਭਰਾ, ਅਸੀਂ ਕੁਰਬਾਨੀ ਵਾਲੇ ਜਜ਼ਬੇ ਨਾਲ ਭਰੇ ਹੋਏ ਆ। ਅਸੀਂ ਲੋਕਾਂ ਨੂੰ ਰੋਟੀ ਖਵਾਉਣ ਵਾਲੀ ਕੌਮ ਹੈ ਸਾਡੀ, ਤੇ ਇਹ ਗਲਤ ਜਿਹੜਾ ਕਈ ਆਨਸਰ ਹੁੰਦੇ ਆ ਕਿ ਗਲਤ ਕੋਈ ਐਸਾ ਡਾਇਰੈਕਸ਼ਨ ਦੇ ਦਿਓ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਖਾਸ ਤੌਰ ਤੇ ਜੀ ਮੀਡੀਆ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਬਾਰ-ਬਾਰ ਕੋਈ ਵੀ ਸਾਡੀ ਇਹ ਪੰਜਾਬੀਆਂ ਨੂੰ ਜਿਹੜੀ ਕਿ ਤੁਹਾਡੇ ਤੋਂ ਕੁਰਬਾਨ ਹੋਈ ਹੈ ਦੇਸ਼ ਤੋਂ, ਸਾਡੇ ਗੁਰੂ ਤੇਗ ਬਹਾਦਰ ਜੀ ਤੋਂ ਸ਼ੁਰੂ ਹੋਈਆਂ ਕੁਰਬਾਨੀਆਂ ਦੇਖੋ ਹੈ ਜੀ, ਉਹਨਾਂ ਨੇ ਆ ਕੇ ਸਾਡੇ ਸਾਰੇ ਦੇਸ਼ ਨੂੰ ਬਚਾਇਆ। ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਤੇ ਨਾਲ ਹੀ ਚਾਂਦਨੀ ਚੌਂਕ ਹੈ ਚਾਂਦਨੀ ਚੌਂਕ ਹੈ। ਤੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਸਾਡੀ ਕੌਮ ਦੂਜੇ ਪਾਸੇ ਜਾ ਰਹੀ ਹੈ? ਸੋ ਪਹਿਲਾਂ ਤਾਂ ਤੁਹਾਨੂੰ ਖਾਸ ਤੌਰ ਤੇ ਬੇਨਤੀ ਹੈ ਕਿ ਇਹ ਤੁਹਾਡੀ ਗਲਤੀ ਹੈ, ਤੁਸੀਂ ਇਸ ਰਾਹ ਨੂੰ ਬਦਲ ਰਹੇ ਹੋ। ਤਾਂ ਆਪਣੇ ਹੱਕ ਲੈਣ ਲਈ ਆਏ ਨੇ ਸ਼ਾਇਦ, ਮੈਨੂੰ ਲੱਗਦਾ ਸਾਡਾ ਜਿਹੜਾ ਹੱਕ ਹੈ, ਅਸੀਂ ਜ਼ਮੀਨਾਂ ਨਾਲ ਜੁੜੇ ਆ। ਜ਼ਮੀਨ ਤੋਂ ਬਿਨਾ ਸਾਡਾ ਕੁਝ ਨਹੀਂ। ਸਾਡੇ ਬਾਪ ਦਾਦੇ ਪੰਜਾਬ ਜਾਣੇ ਆ, ਅਸੀਂ ਜ਼ਮੀਨਾਂ ਨਾਲ ਜਾਂਦੇ ਆ। ਤੇ ਜਿਵੇਂ ਅਸੀਂ ਪਿਆਰ ਨਾਲ, ਅਸੀਂ ਤਾਂ ਆਪਣੀ ਕਿਰਤ ਕਰਨ ਵਾਲੀ ਕੌਮ ਹੈ। ਅੱਜ ਗੁਰੂ ਨਾਨਕ ਸਾਹਿਬ ਦਾ ਸਾਡਾ ਗੁਰਪੁਰਬ ਹੈ। ਸਾਨੂੰ ਉਹਨਾਂ ਨੇ ਦਿੱਤਾ ਕਿ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਹੈ ਜੀ। ਅਸੀਂ ਤਾਂ ਉਹਨਾਂ ਦਾ ਦਿੱਤਾ ਹੋਇਆ ਨਾਰਾ ਲੈ ਕੇ ਜੀ ਰਹੇ ਹਾਂ। ਅਸੀਂ ਤਾਂ ਵੰਡ ਕੇ ਛਕ ਰਹੇ ਹਾਂ। ਅਸੀਂ ਕਿਸੇ ਨਾਲ ਲੜਦੇ ਹੀ ਨਹੀਂ। ਅਸੀਂ ਤਾਂ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕ ਹਾਂ। ਉਹੀ ਸਾਡੀ ਕੌਮ ਹੈ, ਉਹੀ ਸਾਡੀ ਭਾਵਨਾ ਹੈ। ਔਰ ਮੈਂ ਇਤਿਹਾਸ ਬਹੁਤ ਗਾਇਆ, ਇਤਿਹਾਸ ਪੜ੍ਹਿਆ। ਮੈਂ ਸਾਰਿਆਂ ਨੂੰ ਕਹਿਣਾ ਦੇਸ਼ ਨੂੰ, ਜਿਵੇਂ ਅੱਜ ਵੱਡੇ ਵੱਡੇ ਲੋਕ ਬੜੀਆਂ ਟਿੱਪਣੀਆਂ ਕਰ ਰਹੇ ਨੇ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਕਿਉਂਕਿ ਉਹ ਟਿੱਪਣੀਆਂ ਤਾਂ ਕਰ ਰਹੇ ਨੇ ਉਹਨਾਂ ਨੇ ਸਿੱਖ ਇਤਿਹਾਸ ਨਹੀਂ ਪੜ੍ਹਿਆ, ਉਹਨਾਂ ਨੇ ਪੰਜਾਬ ਦਾ ਇਤਿਹਾਸ ਨਹੀਂ ਪੜ੍ਹਿਆ। ਅੱਜ ਪੰਜਾਬ ਦਾ ਇਤਿਹਾਸ ਹੈ ਕਿ ਅਸੀਂ ਕੁਰਬਾਨੀਆਂ ਲੈ ਕੇ, ਜਦੋਂ ਲੋਕ ਸਾਡੇ ਕੋਲੇ ਮਦਦ ਮੰਗਣ ਆਉਂਦੇ ਵੀ ਭਾਈ ਸਾਡੀ ਹਿਫਾਜ਼ਤ ਕਰੋ, ਸਾਡੇ ਦੇਸ਼ ਦੀ ਹਿਫਾਜ਼ਤ ਕਰੋ। ਸੋ ਅੱਜ ਜਿਹੜੀਆਂ ਇਹ ਜਿਹੜਾ ਕਈ ਸਿਆਸਤਾਂ ਲੋਕ ਕਰਦੇ ਹੈ ਔਰ ਵੱਡੇ ਵੱਡੇ ਲੋਕ ਜਿਹੜੇ ਪੈਸਾ ਖਾ ਕੇ ਰੱਜਦੇ ਨਹੀਂ, ਅੱਜ ਉਹਨਾਂ ਨੂੰ ਲੱਗਿਆ ਕਿ ਕਰੋਨਾ ਦਾ ਜਿਹੜਾ ਇਹ ਡਰਾਮਾ ਹੋਇਆ, ਕਰੋਨੇ 'ਚ ਵੀ ਇਹ ਲੋਕ ਤਾਂ ਖੁਸ਼ੀ ਨਾਲ ਲੰਗਰ ਵੰਡ ਰਹੇ ਆ ਤੇ ਇਹਨਾਂ ਤੇ ਨਿਗਾਹ ਆ ਗਈ ਵੀ ਇਹਨਾਂ ਨੂੰ ਵੀ ਕੰਟਰੋਲ ਕੀਤਾ ਜਾਵੇ। ਮੈਂ ਕਹਿੰਦਾ ਵੀ ਖੱਟੜ ਸਰਕਾਰ ਕਹਿ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਭੜਕਾ ਰਹੇ ਨੇ ਕਿਸਾਨਾਂ ਨੂੰ। ਕਦੇ ਕਹਿ ਦਿੰਦੇ ਕਿ ਸਿਆਸੀ ਪਾਰਟੀਆਂ ਦੀ ਸ਼ੈ ਹੈ ਜਾਂ ਪੈਸੇ ਸਪਾਂਸਰ ਕਰ ਅੱਜ ਕਿਸੇ ਸਿਆਸਤ ਦੀ ਗੱਲ ਨਾ ਕਰੋ। ਅੱਜ ਸਾਡੀ ਹੋਂਦ ਦੀ ਲੜਾਈ ਹੈ। ਅਸੀਂ ਜਿਹੜੇ ਪੰਜਾਬ ਦੇ ਇੱਥੇ ਜੰਮੇ ਆ ਨਾ, ਸਾਨੂੰ ਮਾਣ ਹੈ ਅਸੀਂ ਇਸ ਪੰਜਾਬ 'ਚ ਜੰਮੇ ਆ। ਅੱਜ ਸਾਡੀ ਹੋਂਦ ਦੀ ਲੜਾਈ ਹੈ। ਅਸੀਂ ਜ਼ਮੀਨਾਂ ਦੇ ਫੈਸਲੇ ਜੋ ਵੀ ਹੈ ਉਹ ਸਾਡੇ ਆਪਣੇ ਨੇ। ਅਸੀਂ ਕਿਸੇ ਦੇ ਅੰਡਰ ਨਹੀਂ ਚੱਲ ਸਕਦੀ। ਸਾਡੀ ਕੌਮ ਪਿਆਰ ਨਾਲ ਚੱਲਦੀ ਹੈ। ਪਿਆਰ ਨਾਲ ਤਾਂ ਅਸੀਂ ਜਾਨਾਂ ਵਾਰਦੇ ਆ। ਕਹਿੰਦੇ ਜੱਟ ਗੁੜ ਨਹੀਂ ਕੀ ਦਿੰਦੇ ਆ ਨਾ, ਭੇਲੀ ਦੇ ਦਿੰਦਾ, ਗੰਨਾ ਨਹੀਂ ਦਿੰਦਾ। ਸੋ ਇਹ ਸਾਡਾ ਇੱਕ ਸੱਭਿਆਚਾਰ ਹੈ। ਅਸੀਂ ਤਾਂ ਪਿਆਰ ਦੇ ਬੰਨੇ ਆ। ਸੋ ਅਸੀਂ ਆਪਣੇ ਫੈਸਲੇ ਆਪ ਲੈਣੇ। ਸਾਡੇ ਤੇ ਇਹ ਲਾਗੂ ਨਹੀਂ ਕੁਝ ਹੁੰਦਾ। ਸਾਡੇ ਨਾਲ ਸਲਾਹ ਮਸ਼ਵਰਾ ਕਰੋ ਜੇ ਤੁਹਾਨੂੰ ਕੋਈ ਲੋੜ ਹੈ। ਤੇ ਸਾਡੇ ਜੋ ਕਿਸਾਨ ਚਾਹੁੰਦੇ ਆ ਉਹਨਾਂ ਦੀ ਪਹਿਲ ਦੇ ਆਧਾਰ ਤੇ ਇਹ ਮਸਲਾ ਸਰਕਾਰ ਨੂੰ ਹੱਲ ਕਰਨਾ ਚਾਹੀਦਾ। ਬਦਨਾਮ ਕਰ ਰਹੇ ਨੇ, ਕੁਝ ਬਦਨਾਮ ਕਰਨ, ਜਿਵੇਂ ਤੁਸੀਂ ਖੁਦ ਵੀ ਨਾਮ ਲਿਆ, ਜਿਵੇਂ ਮੈਂ ਕਿਹਾ ਕਿ ਕੁਝ ਲਾਹਨਤ ਹੈ। ਅੱਜ ਉਹ ਇੱਥੇ ਸਾਹ ਤਾਂ ਲੈ ਰਹੇ ਨੇ। ਜੇ ਗੁਰੂ ਤੇਗ ਬਹਾਦਰ ਜੀ ਨੇ ਕੁਰਬਾਨੀ ਕੀਤੀ ਹੈ ਦਿੱਲੀ ਆ ਕੇ, ਮੈਂ ਫਿਰ ਕਹਿੰਦੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ। ਮੈਂ ਇਹਨਾਂ ਨੂੰ ਕਹਿਣਾ, ਕੰਗਣਾ ਨੂੰ ਤੇ ਮੁਕੇਸ਼ ਨੂੰ ਵੀ ਜਾ ਕੇ ਇਤਿਹਾਸ ਪੜ੍ਹ ਲਓ। ਹੁਣ ਤਾਂ ਆਨਲਾਈਨ ਮਿਲ ਜਾਂਦਾ ਹੈ। ਉਹ ਮੇਰੇ ਸ਼ਬਦ ਹੀ ਸੁਣ ਲਓ ਜਿਹੜੇ ਮੈਂ ਗਾਏ ਆ ਉਹਨਾਂ ਤੇ, ਉਹਨਾਂ ਤੋਂ ਵੀ ਸਾਰਾ ਇਤਿਹਾਸ ਤੁਹਾਨੂੰ ਪਤਾ ਲੱਗ ਜੂਗਾ ਵੀ ਤੁਸੀਂ ਕਿਹਨੂੰ ਲਲਕਾਰ ਰਹੇ ਹੋ। ਸ਼ਰਮ ਕਰੋ। ਅਨਾਜ ਜਿਹੜਾ ਕਿਸਾਨ ਉਗਾਉਂਦਾ ਸਾਰਾ ਦੇਸ਼ ਦਾ ਢਿੱਡ ਭਰਦਾ।